ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਤੇ ਹਰ ਰੋਜ਼ ਦੀ ਤਰ੍ਹਾਂ ਪੰਨੂ ਸਾਹਿਬ ਆਪ ਇਸ ਪ੍ਰੋਗਰਾਮ ਦੇ ਵਿੱਚ ਨਾਲ ਹੁੰਦੇ ਨੇ। ਤੇ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਕਰਦੇ ਹਾਂ ਜੀ ਸਵਾਗਤ, ਫਿਰ ਕਰਾਂਗੇ ਖਬਰਾਂ ਦੇ ਉੱਤੇ ਚਰਚਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਆਨੰਦਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਗੱਲ ਫੇਰ ਉਹੀ ਹੈ ਕਿ ਅਮਰੂਦ ਕਹਿੰਦੇ ਹਾਜ਼ਮੇ ਦੇ ਲਈ ਦੇ ਚੰਗੇ ਹੁੰਦੇ ਨੇ, ਪਰ ਹਾਜ਼ਮਾ ਵੱਡੇ ਵੱਡਿਆਂ ਦਾ ਖਰਾਬ ਕਰਤਾ। ਕਹਿੰਦੇ ਅਫਸਰਾਂ ਨੂੰ ਵੀ ਹਜਮ ਨਹੀਂ ਆਏ ਤੇ ਰਕਮ ਤਾਂ ਮਾਮੂਲੀ ਜੀ ਸੀਗੀ, ਤਾਂ ਉਸ ਨੂੰ ਲੈ ਕੇ ਹੁਣ ਵੱਡੇ ਬੰਦਿਆਂ ਦੇ ਨਾਂ ਉਹ ਵੀ ਆਉਣ ਲੱਗ ਗਏ ਨੇ, ਕਿਸੇ ਦੇ ਘਰਦਿਆਂ ਦੇ ਨਾਮ ਆਉਣ ਲੱਗ ਗਏ ਨੇ। ਕਿਵੇਂ ਦੇਖਦੇ ਹੋ ਇਸ ਕਹਾਣੀ ਨੂੰ? ਇਹ ਤਾਂ ਉਲਝਦੀ ਜਾਂਦੀ ਹੈ ਹੋਰ ਜ਼ਿਆਦਾ। ਦੇਖੋ ਆਨੰਦਪ੍ਰੀਤ ਜੀ, ਸੱਚੀ ਗੱਲ ਇਹ ਆ ਕਿ ਮੇਰਾ ਵਹਿਮ ਨਿਕਲ ਚੁੱਕਾ ਕਿ ਕੋਈ ਵਿਰਲੇ ਵਿਰਲੇ ਬੱਚੇ ਆ ਜਿਨ੍ਹਾਂ ਨੂੰ ਇਮਾਨਦਾਰ ਕਿਹਾ ਜਾ ਸਕਦਾ, ਹੁਣ ਨਹੀਂ ਇਹ ਕਹਿਣ ਨੂੰ ਜੀ ਕਰਦਾ। ਮੈਂ ਕੁਝ ਇਹੋ ਜਿਹੇ ਅਫਸਰਾਂ ਨੂੰ ਜਾਣਦਾ ਜਿਨ੍ਹਾਂ ਨੂੰ ਮੈਂ ਪਿਛਲੇ 35-40 ਸਾਲਾਂ ਤੋਂ ਵੇਖਦਾ ਆਇਆ। ਬੜੇ ਇਮਾਨਦਾਰ ਹੁੰਦੇ ਸਨ, ਉਹਨਾਂ ਦੀਆਂ ਲੋਕੀ ਮਿਸਾਲਾਂ ਦਿੰਦੇ ਸਨ। ਜਦੋਂ ਉਹ ਅਖੀਰਲੀਆਂ 2 ਸਰਕਾਰਾਂ ਉਹਨਾਂ ਨੇ ਲੰਘਾਈਆਂ, ਪਹਿਲਾਂ ਅਕਾਲੀ ਦਲ ਦੀ ਜਿਹੜੀ 2012 'ਚ ਲਗਾਤਾਰ ਦੂਸਰੀ ਵਾਰ ਬਣ ਗਈ ਸੀ, ਅਤੇ ਫਿਰ ਜਿਹੜੀ 2017 'ਚ ਬਣੀ, ਉਹਨਾਂ 2 ਸਰਕਾਰਾਂ ਦੌਰਾਨ ਉਹਨਾਂ ਨੇ ਪਿਛਲੀ ਸਾਰੀ ਕਸਰ ਕੱਢ ਦਿੱਤੀ। ਉਹਨਾਂ 'ਚੋਂ ਕੁਝ ਤਾਂ ਸਰਕਾਰ ਦੇ ਸਿਖਰ ਤੱਕ ਪਹੁੰਚ ਗਏ ਸਨ। ਇਸ ਪਹੁੰਚਣ ਦਾ ਉਹਨਾਂ ਨੇ ਪੂਰਾ ਫਾਇਦਾ ਲਿਆ ਜੀ। ਮੇਰੇ ਕੋਲ ਰਿਪੋਰਟਾਂ ਨੇ ਕਿ ਉਹਨਾਂ 'ਚੋਂ ਕੁਝ ਲੋਕਾਂ ਨੇ ਮੋਹਾਲੀ ਦੇ ਏਅਰਪੋਰਟ ਵਾਸਤੇ, ਏਅਰਪੋਰਟ ਨੂੰ ਜਾਂਦੀਆਂ ਸੜਕਾਂ ਵਾਸਤੇ, ਮੋਹਾਲੀ ਦੇ ਵਿੱਚ ਕਲੋਨੀਆਂ ਕੱਟੀਆਂ ਜਾਣੀਆਂ ਸਰਕਾਰੀ ਪ੍ਰਾਜੈਕਟਾਂ ਵਾਸਤੇ ਬਹੁਤ ਸਸਤੇ ਭਾਅ 'ਤੇ ਜ਼ਮੀਨਾਂ ਉਦੋਂ ਖਰੀਦ ਲਈਆਂ ਜਦੋਂ ਉਹਨਾਂ ਨੂੰ ਪਤਾ ਸੀ ਕਿ ਇੱਥੇ ਪ੍ਰਾਜੈਕਟ ਲੱਗਣਾ ਅਤੇ ਅਸੀਂ ਆਪਣੀ ਮਰਜ਼ੀ ਦਾ ਮੁਆਵਜ਼ਾ ਤੈਅ ਕਰਾ ਲੈਣਾ। ਜਿਹੜੀਆਂ ਜ਼ਮੀਨਾਂ 30, 40, 50 ਲੱਖ ਰੁਪਏ ਨੂੰ ਕਿੱਲਾ ਖਰੀਦੀਆਂ ਸਨ, ਉਹਨਾਂ ਦਾ ਰੇਟ ਕਿਸੇ ਦਾ 3 ਕਰੋੜ ਨੂੰ ਕਿੱਲਾ, ਕਿਸੇ ਦਾ 7 ਕਰੋੜ ਨੂੰ ਕਿੱਲਾ, ਇੰਨੇ ਨੇ ਪਵਾ ਕੇ ਤੇ ਫਿਰ ਗਰੀਬ ਕਿਸਾਨ ਪਾਸੇ ਧੱਕ ਦਿੱਤੇ ਅਤੇ ਉਹਨਾਂ ਜ਼ਮੀਨਾਂ ਦਾ ਮੁੱਲ ਇਹ ਵੱਟ ਗਿਆ। ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ 'ਚੋਂ ਬਹੁਤਿਆਂ ਦੇ ਨਾਂ ਨਹੀਂ ਸਨ ਬੋਲਦੇ। ਇਹਨਾਂ 'ਚੋਂ ਕਿਸੇ ਨੇ ਆਪਣੇ ਡਰਾਈਵਰ ਦੇ ਨਾਂ 'ਤੇ, ਕਿਸੇ ਨੇ ਆਪਣੀ ਸਟੈਨੋ ਕੁੜੀ ਜਿਹੜੀ ਸੀ ਉਹਦੇ ਨਾਂ ਦੇ ਉੱਤੇ ਸਰਕਾਰ ਤੋਂ ਪੈਸੇ ਲੈ ਲਏ, ਬੈਂਕਾਂ 'ਚ ਪੈਸੇ ਚਲੇ ਗਏ। ਜਦੋਂ ਉਹਨਾਂ ਨੂੰ ਨੋਟਿਸ ਆਏ ਤਾਂ ਉਹਨਾਂ ਜਾ ਕੇ ਆਖਿਆ ਜੀ ਸਾਡੇ ਘਰ 'ਤੇ ਭੰਗ ਪੁੱਜਦੀ ਹੈ, ਪਹਿਲਾਂ ਵੀ ਸੀ ਹੁਣ ਵੀ ਹੈ, ਅਸੀਂ ਤਾਂ ਫਲਾਣੇ ਥਾਂ ਦੇ ਉੱਤੇ ਫਲਾਣੇ ਅਫਸਰ ਦੇ ਕਹਿਣ 'ਤੇ ਅਕਾਊਂਟ ਖੁਲਾਇਆ ਸੀ, ਉੱਥੇ ਸਭ ਕੁਝ ਕੀਤਾ ਕਰਾਇਆ, ਜਦੋਂ ਪੈਸੇ ਆ ਗਏ ਤੇ ਸਾਰੇ ਪੈਸੇ ਕਢਵਾ ਕੇ ਲੈ ਗਏ। ਸਾਨੂੰ ਉਹਨਾਂ ਕੀਤਾ ਜਾ ਕੇ ਬੈਂਕਾਂ ਦੀ ਫੋਟੋਜ਼ ਵੇਖੋ, ਸਾਡੇ ਨਾਲ ਕੌਣ ਗਿਆ ਸੀ ਅਕਾਊਂਟ ਖੁਲਾਉਣ, ਸਾਡੇ ਦਸਤਖਤ ਕਿੰਨੇ ਕਰਾਏ ਸੀ, ਅਤੇ ਮੁੜ ਕੇ ਕੀ ਆ ਸਾਨੂੰ 1-2 ਲੱਖ ਰੁਪਏ ਦੇ ਕੇ ਪਾਸੇ ਕਰਤਾ, ਬਾਕੀ ਤਾਂ ਸਾਰਾ ਉਹ ਲੈ ਗਏ, ਸਾਨੂੰ ਤਾਂ ਮਿਲੇ ਕੱਖ ਨਹੀਂ। ਇਹ ਗੱਲ ਵੀ ਅਸੀਂ ਵੇਖੀ ਸੀ। ਹੁਣ ਜਿਹੜਾ ਤਾਜ਼ਾ ਮਾਮਲਾ ਇਹ ਹੈਗਾ ਕਿ ਜ਼ਮੀਨਾਂ ਲੈ ਲਈਆਂ, ਉਹਨਾਂ ਜ਼ਮੀਨਾਂ 'ਚ ਰਾਤੋਂ ਰਾਤ ਅਮਰੂਦਾਂ ਦੇ ਬਾਗ ਲਾ, ਅਤੇ ਕਈ ਜ਼ਮੀਨਾਂ ਇਹੋ ਜਿਹੀਆਂ ਜਿਨ੍ਹਾਂ 'ਚ ਲਾਏ ਵੀ ਨਹੀਂ, ਬਗੈਰ ਲਾਇਆ ਤੋਂ ਲਾਏ ਨਹੀਂ ਅਤੇ ਵਿਖਾਏ ਸੀਗੇ, ਅਤੇ ਉਹਨਾਂ ਦਾ ਮੁਆਵਜ਼ਾ ਸਰਕਾਰ ਤੋਂ ਲੈ ਲਿਆ ਔਰ ਮੋਟੀਆਂ ਰਕਮਾਂ ਲੈ ਲਈਆਂ। ਅਤੇ ਬਾਅਦ ਵਿੱਚ ਹੁਣ ਪਤਾ ਇਹ ਲੱਗਦਾ ਪਿਆ ਕਿ ਇਹਦੇ ਵਿੱਚ ਬੜੇ ਬੜੇ ਇਮਾਨਦਾਰ ਅਫਸਰਾਂ ਨੇ ਵੀ ਹੱਥ ਧੋਤੇ ਪਏ ਨੇ। ਹੁਣ ਉਹ ਵਗਦੀ ਗੰਗਾ 'ਚੋਂ ਹਰ ਕੋਈ ਡੁਬਕੀ ਲਾਈ ਗਿਆ। ਕੁਝ ਅਫਸਰ ਇਹੋ ਜਿਹੇ ਸੀ ਜਿਨ੍ਹਾਂ ਨੇ ਇਹ ਸੋਚ ਕੇ ਕਿ ਕੱਲ੍ਹ ਨੂੰ ਕੋਈ ਇਹੋ ਜਿਹਾ ਚੱਕਰ ਨਾ ਪੈ ਜੇ, ਆਪਣੇ ਨਾਂ 'ਤੇ ਕੁਛ ਕਰਨ ਦੀ ਥਾਂ ਆਪਣੀ ਪਤਨੀ ਦੇ ਨਾਂ 'ਤੇ ਕਰ ਲਿਆ, ਕਿਸੇ ਨੇ ਆਪਣੀ ਮਾਂ ਦੇ ਨਾਂ 'ਤੇ ਕਰ ਲਿਆ। ਹੁਣ ਜਦੋਂ ਫੋੜਾ ਫੜੀ ਹੋਣ ਲੱਗੀ ਹੈ ਅਤੇ ਸਾਰਾ ਹੀ ਜਿਹੜਾ ਖੁਲਾਸਾ ਹੁੰਦਾ ਜਾਂਦਾ ਕਿਹਨੇ ਕਿਹਨੇ ਕੀ ਕੀਤਾ। ਜਿਹੜੀਆਂ ਖਬਰਾਂ ਅੱਜ ਦੇ ਅਖਬਾਰਾਂ ਵਿੱਚ ਵੀ ਛਪੀਆਂ, ਪਿਛਲੇ 2-3 ਦਿਨਾਂ ਤੋਂ ਵੀ ਛਪ ਰਹੀਆਂ ਨੇ, ਜਿਹੜੀਆਂ ਛੋਟੀਆਂ ਛੋਟੀਆਂ ਵੀਡੀਓ ਕਲਿੱਪਸ ਯੂਟਿਊਬਰ ਬਣਾ ਕੇ ਪਾ ਰਹੇ ਆ, ਉਹ ਸਾਰੀਆਂ ਨੂੰ ਵੇਖੋ ਅਤੇ ਇੱਦਾਂ ਲੱਗਦਾ ਕਿ ਕਿਸੇ ਨੇ ਕੋਈ ਸ਼ਰਮ ਹੀ ਨਹੀਂ ਰੱਖੀ। ਪਰ ਇਹ ਸਾਰੇ ਕੁਝ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਮੰਡੀ ਕਲਾਂ ਦੇ ਵਿੱਚ ਕੂੜੇ ਦਾ ਡੰਪ ਬਣਾਉਣਾ ਸੀ। ਉੱਥੇ ਗਏ ਕੁਝ ਜਿਹੜੇ ਹੈਗੇ ਸਨ ਯੂਥ ਲੀਡਰ, ਉਹਨਾਂ ਨੇ ਜਾ ਕੇ ਜ਼ਮੀਨ ਰਾਤੋਂ ਰਾਤ, ਜਿਹੜੀ ਜ਼ਮੀਨ 20 ਲੱਖ ਵਾਲੀ ਸੀ ਉਹ 25-25 ਲੱਖ ਨੂੰ ਖੜੇ ਪੈਰ ਨਗਦ ਪੈਸੇ ਦੇ ਕੇ ਲੈ ਲਈ, ਇੱਥੇ ਜੀ ਫੈਕਟਰੀ ਲਾਉਣੀ ਆ। ਜਦੋਂ ਉਹਨਾਂ ਲੈ ਲਈ ਅਤੇ ਅਗਲੇ ਦਿਨ ਹੀ ਉਹਨਾਂ ਦੇ ਇੰਤਕਾਲ ਚੜ੍ਹ ਗਏ ਰਜਿਸਟਰੀਆਂ ਹੋ ਕੇ ਸਾਰੀ ਪੇਮੈਂਟ ਦੇ ਨਾਲ। ਤੀਸਰੇ ਦਿਨ ਤੱਕ ਇੰਤਕਾਲ ਤੋਂ ਅੱਗੇ ਸਾਰਾ ਜਿਹੜੀਆਂ ਜਮ੍ਹਾਂਬੰਦੀ ਦੀਆਂ ਕਾਪੀਆਂ ਲੈ ਲਈਆਂ, ਅਤੇ 1 ਹਫ਼ਤੇ ਦੇ ਅੰਦਰ ਅੰਦਰ ਉਸ ਜ਼ਮੀਨ ਦੇ ਘੇਰੇ ਤਾਰਾਂ ਲਵਾਤੀਆਂ। ਸਿਰਫ 1.5 ਮਹੀਨਾ ਲੰਘਿਆ ਅਤੇ ਉਹੋ ਹੀ ਜ਼ਮੀਨ ਜਿਹੜੀ ਆ ਪੰਜਾਬ ਸਰਕਾਰ ਨੇ ਐਕਵਾਇਰ ਕਰ ਲਈ ਕੂੜੇ ਦੇ ਡੰਪ ਵਾਸਤੇ। ਜਿਹੜੀ ਜ਼ਮੀਨ ਉਹਨਾਂ ਨੇ ਉਦੋਂ 1.5 ਕਰੋੜ ਦੀ ਖਰੀਦੀ ਸੀ, 1.5 ਮਹੀਨੇ ਬਾਅਦ ਉਹ 7.5 ਕਰੋੜ ਦੀ ਕਰਕੇ ਤੇ ਪੰਜਾਬ ਸਰਕਾਰ ਨੂੰ ਵੇਚ ਦਿੱਤੀ
ਤੇ ਉਹਦੇ ਚੋਂ 6 ਕਰੋੜ ਕਮਾ ਗਏ ਸਨ। ਰੌਲਾ ਪੈਂਦਾ ਸੀ ਕੁਝ ਯੂਥ ਲੀਡਰਾਂ ਦਾ। ਹੁਣ ਪਤਾ ਲੱਗਾ ਕਿ ਉਸ ਵਕਤ ਉਹਦੇ ਵਿੱਚ ਵੀ ਕੁਝ IAS ਅਫਸਰ, ਕੁਝ ਹੋਰ ਇਹੋ ਜਿਹੇ ਸਨ ਜਿਨ੍ਹਾਂ ਨੇ ਹੱਥ ਰੰਗੇ ਸਨ ਤੇ ਮਿਲ ਕੇ ਕੀਤਾ ਸੀ। ਉਦੋਂ ਇਹ ਪਤਾ ਲੱਗ ਗਿਆ ਸੀ। ਫਿਰ ਪੰਜਾਬ ਵਿੱਚ ਇੱਕ ਥਰਮਲ ਪਲਾਂਟ ਲੱਗਣਾ ਸੀ, ਉੱਥੇ ਵੀ ਇਹੋ ਕੁਝ ਹੋਇਆ ਸੀ। ਜੇ ਉਸ ਵਕਤ ਇਹ ਸਾਰਾ ਕੁਝ ਰੋਕ ਲਿਆ ਜਾਂਦਾ ਤੇ ਕਹਿੰਦੇ ਆ ਨਿਪ ਦਾ ਈਵਲ ਇਨ ਦਾ ਬਡ, ਜੇ ਬਿਮਾਰੀ ਜਦੋਂ ਸ਼ੁਰੂ ਹੋਣ ਲੱਗੀ ਸੀ ਉਦੋਂ ਰੋਕ ਲਈ ਜਾਂਦੀ ਤੇ ਮੋਹਾਲੀ ਦੇ ਅਮਰੂਦਾਂ ਦੇ ਬਾਗਾਂ ਦਾ ਰੇੜਕਾ ਕੋਈ ਨਹੀਂ ਸੀ ਪੈਣਾ। ਜਦੋਂ ਉਹਨਾਂ ਨੂੰ ਕਿਸੇ ਨੇ ਰੋਕਿਆ, ਜਿਹੜਾ ਅਫਸਰ ਇਨਕੁਆਇਰੀ ਕਰਨ ਲੱਗਦਾ ਸੀ ਉਹਨੂੰ ਕਹਿੰਦੇ ਸੀ ਪਰਲੇ ਪਾਸੇ ਤੂੰ ਵੀ ਕਰ ਲਾ। ਉਹ ਕਿਸੇ ਹੋਰ ਥਾਂ ਜਾ ਕੇ ਕਰਦਾ ਸੀ, ਉਹਦੀ ਇਨਕੁਆਇਰੀ ਸ਼ੁਰੂ ਹੁੰਦੀ ਸੀ, ਉਹਨੂੰ ਕਹਿੰਦੇ ਸੀ ਤੂੰ ਪਰੇ ਹੋਰ ਕਿਤੇ ਜਾ ਕੇ ਕਰ ਲਾ। ਇੱਦਾਂ ਹੀ ਹੋਰ ਕਿਤੇ ਪੰਜਾਬ ਭਰ ਦੇ ਵਿੱਚ ਉਹਦੇ ਤੋਂ 2012 ਤੋਂ ਲੈ ਕੇ 2022 ਤੱਕ 10 ਸਾਲ ਇੱਕ ਕਿਸਮ ਦੀ ਕਰਪਸ਼ਨ ਦੀ ਹਨੇਰੀ ਆਈ, ਇੱਕ ਕਿਸਮ ਦਾ ਵਹਿਣ ਹੀ ਵਗਿਆ, ਜਿਹਦੇ ਵਿੱਚ ਜਿਹੜੇ ਲੋਕ ਵੱਡੀਆਂ ਕੁਰਸੀਆਂ 'ਤੇ ਸਨ, ਭਾਵੇਂ ਅਫਸਰ ਸਨ ਤੇ ਭਾਵੇਂ ਆਗੂ ਸਨ, ਉਹਨਾਂ ਦੇ ਵਿੱਚੋਂ ਕਿਤੇ 2-4% ਰਹਿ ਗਏ ਹੋਣਗੇ। ਉਹਨਾਂ ਦਾ ਨਾਂ ਲੈਣ ਲੱਗਿਆ ਵੀ ਸੋਚੀਦਾ ਪਤਾ ਨਹੀਂ ਰਹਿ ਕਿ ਨਹੀਂ ਰਹੇ, ਪਰ ਉਹ ਹੁਣ ਸਾਰਾ ਗੰਢੇ ਦੀਆਂ ਛੱਲਾਂ ਲੱਥਦੀਆਂ ਪਈਆਂ ਤੇ ਹੀਜ ਪਿਆਜ਼ ਨੰਗਾ ਹੁੰਦਾ ਪਿਆ। ਸੋ ਦੇਖਣਾ ਹੋਏਗਾ ਪੰਨੂ ਸਾਹਿਬ ਇਹ ਕੇਸ ਅੱਗੇ ਕਿੱਥੇ ਕੁ ਤੱਕ ਵੱਧਦਾ ਹੈ। ਤਾਂ ਉਧਰ ਪੰਨੂ ਸਾਹਿਬ ਪੰਜਾਬ ਦੇ ਗੁਆਂਢ ਤੋਂ ਹਵਾਵਾਂ ਤੱਤੀਆਂ ਆ ਰਹੀਆਂ ਨੇ। ਖੱਟਰ ਸਾਹਿਬ ਕਿਤੇ ਬਿਆਨ ਦਿੰਦੇ ਕਹਿ ਗਏ ਕਿ ਹਰਿਆਣਾ ਦੇ ਵਿੱਚ ਸਰਕਾਰ ਭਾਜਪਾ ਦੀ ਹੈ। ਤਾਂ ਚਟਾਲਿਆਂ ਨੇ ਗੁੱਸਾ ਕੀਤਾ, ਦੁਸ਼ਯੰਤ ਚਟਾਲਾ, ਉਹ ਕਹਿੰਦੇ ਡਿਪਟੀ CM ਮੈਨੂੰ ਬਣਾ ਰੱਖਿਆ ਹੈਗਾ ਤੇ ਕਹੀ ਜਾਂਦੇ ਸਰਕਾਰ ਭਾਜਪਾ ਦੀ। ਪੰਨੂ ਸਾਹਿਬ ਇਹ 2024 ਤੋਂ ਪਹਿਲਾਂ ਇਹ ਖਬਰਾਂ ਠੀਕ ਨਹੀਂ ਲੱਗਦੀਆਂ, ਕੀ ਕਹਿਣਾ ਚਾਹੋਗੇ? ਪੰਜਾਬ ਦੇ ਭਾਜਪਾ ਵਾਲਿਆਂ ਨੂੰ ਪੁੱਛੋ, ਉਹਨਾਂ ਨਾਲ ਅਕਾਲੀਆਂ ਨੇ ਕੀ ਕੀਤੀ ਸੀ। ਸਰਕਾਰ ਤਾਂ ਸਾਂਝੀ ਹੁੰਦੀ ਸੀ, ਪਰ ਸਾਰੇ ਉਹਨੂੰ ਅਕਾਲੀ ਸਰਕਾਰ ਸਮਝਦੇ ਸੀ, ਅਕਾਲੀ ਸਰਕਾਰ ਵਾਂਗ ਚਲਾਉਂਦੇ ਸੀ। ਭਾਜਪਾ ਵਾਲਿਆਂ ਨੂੰ ਪੁੱਛਦਾ ਕੌਣ ਸੀ? ਇਹਨਾਂ ਦਾ ਸਾਰਿਆਂ ਤੋਂ ਸੀਨੀਅਰ ਤੇ ਬਜ਼ੁਰਗ ਲੀਡਰ ਸੀ ਮਦਨ ਮੋਹਨ ਮਿੱਤਲ। ਇਸੇ ਮੋਹਾਲੀ 'ਚ ਇੱਕ ਸਮਾਗਮ ਹੋਇਆ ਸੀ, ਉਹਦੇ ਗਿਆਨ ਤੋਂ ਕੋਈ ਵੀ ਨਾ ਵੜਿਆ। ਉਹਨੇ ਫਿਰ ਆਖਿਆ, ਕਹਿੰਦਾ ਡਿਪਟੀ ਕਮਿਸ਼ਨਰ ਸਾਹਿਬ ਕਿੱਥੇ ਆ? ਆਖੇ ਉਹ ਨਹੀਂ ਆਏ। ਕਹਿੰਦੇ ADC ਕਿੱਥੇ ਆ? ਕਿ ਨਹੀਂ ਆਏ। SDM ਕਿੱਥੇ ਆ? ਕਿ ਨਹੀਂ ਆਏ। ਤਹਿਸੀਲਦਾਰ ਕਿੱਥੇ? ਨਹੀਂ ਆਏ। ਕਹਿੰਦਾ ਨਾਇਬ ਤਹਿਸੀਲਦਾਰ ਹੈਗਾ, ਉਹ ਕਹਿੰਦਾ ਸਰ ਮੈਂ ਹਾਜ਼ਰ ਹਾਂ ਜੀ। ਉਹਨੂੰ ਸੱਦ ਕੇ ਤੇ ਉਹਨੂੰ ਇੱਕ ਫੁੱਲਾਂ ਦਾ ਬੁੱਕਾ ਦੇ ਕੇ ਕਹਿੰਦੇ ਆਹ ਲੈ ਲਾ। ਉਹ ਜਾਣ ਲੱਗਾ ਤੇ ਉਹ ਕਹਿੰਦੇ ਕਾਕਾ ਇਹ ਤੇਰਾ ਸਨਮਾਨ ਨਹੀਂ, ਇਹ ਤੂੰ ਡਿਪਟੀ ਕਮਿਸ਼ਨਰ ਨੂੰ ਦੇ ਦੀ, 1 ਮਿੰਟ ਖਲੋ ਜਾ। ਇੱਕ ਹੋਰ ਫੜਾ ਕੇ ਕਹਿੰਦੇ ਆਹ ਲੈ ਲਾ ਆਪਣੇ ਡਿਪਟੀ ADC ਨੂੰ ਦੇ ਦੀ। ਉਹ ਤੁਰਨ ਲੱਗਾ, ਕਹਿੰਦੇ ਖਲੋ ਜਾ। ਇੱਕ ਹੋਰ ਫੜਾ ਕੇ ਕਹਿੰਦੇ ਆਪਣੇ SDM ਵਾਸਤੇ ਲੈ ਜਾ। ਉਹ ਮੁੜਦੇ ਨੂੰ ਕਹਿੰਦੇ ਖਲੋ ਜਾ, ਇੱਕ ਆਪਣੇ ਤਹਿਸੀਲਦਾਰ ਵਾਸਤੇ ਵੀ ਲੈ ਜਾ, ਸਾਰਿਆਂ ਨੂੰ ਜਾ ਕੇ ਦੇ ਦੀ, ਮੰਤਰੀ ਦਿੱਤਾ। ਔਰ ਉਦੋਂ ਇੱਕ ਸਾਂਝੇ ਸਮਾਗਮ ਦੇ ਵਿੱਚ ਮਦਨ ਮੋਹਨ ਮਿੱਤਲ ਨੇ ਕਿਹਾ ਸੀ ਕਿ ਸਰਕਾਰ ਦੇ ਵਿੱਚ ਭਾਜਪਾ ਭਾਈਵਾਲ ਆ, ਸਾਨੂੰ ਤੁਸੀਂ ਮੰਤਰੀ ਨਹੀਂ ਸਮਝਦੇ। ਮੇਰੇ ਨਾਲ ਚੀਫ ਪਾਰਲੀਮੈਂਟਰੀ ਸੈਕਟਰੀ ਲਾਇਆ, ਮੇਰੇ ਕੋਲ ਮੰਤਰੀ ਕੋਲ ਫਾਈਲਾਂ ਨਹੀਂ ਆਉਂਦੀਆਂ, ਫਾਈਲਾਂ ਉਹਦੇ ਕੋਲ ਜਾਂਦੀਆਂ ਨੇ। ਅਸੀਂ ਫਿਰ ਕਾਹਦੇ ਵਾਸਤੇ ਸਰਕਾਰ 'ਚ ਸ਼ਾਮਲ ਹਾਂ? ਇਹ ਗੱਲ ਉਦੋਂ ਭਾਜਪਾ ਦੇ ਸਾਰੇ ਮੰਤਰੀ ਇੱਥੇ ਪੰਜਾਬ 'ਚ ਆਮ ਕਹਿੰਦੇ ਹੁੰਦੇ ਸੀ। ਹੁਣ ਕੀ ਤਮਾਸ਼ਾ, ਹਰਿਆਣੇ ਵਿੱਚ ਸਰਕਾਰ ਹੈ, ਇਹਨਾਂ ਨੇ 2014 'ਚ ਬਣਾਈ ਤੇ ਇਕੱਠੀਆਂ 47 ਸੀਟਾਂ ਉਹਨਾਂ ਨੂੰ ਮਿਲ ਗਈਆਂ, 45 ਚਾਹੀਦੀਆਂ ਸੀ। 5 ਸਾਲ ਭਾਜਪਾ ਨੇ ਟੌਰ ਨਾਲ ਰਾਜ ਕੀਤਾ ਤੇ ਸਾਰਿਆਂ ਨੂੰ, ਲੋਕਾਂ ਨੂੰ ਵੀ ਭੁਲਾ ਛੱਡਿਆ। 5 ਸਾਲਾਂ ਬਾਅਦ 2019 'ਚ ਵੋਟਾਂ ਪਈਆਂ, ਇਹਨਾਂ ਦੀਆਂ ਸੀਟਾਂ ਰਹਿ ਗਈਆਂ 40। ਇਹਨਾਂ ਨੂੰ ਫਿਰ ਸਰਕਾਰ ਬਣਾਉਣ ਵਾਸਤੇ 5-6 ਬੰਦੇ ਹੋਰ ਚਾਹੀਦੇ ਸੀ। ਇਹਨਾਂ ਨੇ ਚੌਧਰੀ ਓਮ ਪ੍ਰਕਾਸ਼ ਚਟਾਲੇ ਦੇ ਰੁੱਸੇ ਹੋਏ ਪੋਤਰੇ ਦੁਸ਼ਯੰਤ ਨਾਲ ਗੱਲ ਕੀਤੀ। ਦੁਸ਼ਯੰਤ ਚਟਾਲੇ ਨੂੰ ਆਖਿਆ ਤੈਨੂੰ ਅਸੀਂ ਡਿਪਟੀ ਮੁੱਖ ਮੰਤਰੀ ਵੀ ਬਣਾਉਣੇ ਆ। ਉਹਦੇ ਕੋਲ 10-12 MLA ਹੈਗੇ ਸੀ, ਜਿਨ੍ਹਾਂ 'ਚ 2 ਤੇ ਉਹ ਮਾਂ ਪੁੱਤ ਆਪ ਹੀ ਸੀਗੇ। ਇਹਨੂੰ ਡਿਪਟੀ ਮੁੱਖ ਮੰਤਰੀ ਬਣਾ ਕੇ ਸਰਕਾਰ 'ਚ ਸ਼ਾਮਲ ਕੀਤਾ, ਸਰਕਾਰ ਚਲਾ ਲਈ। ਹੌਲੀ ਇੱਕ ਕਰਕੇ ਉਹਨਾਂ ਨੇ ਬੰਦੇ ਆਪਣੇ ਨਾਲ ਜੋੜਨੇ ਸ਼ੁਰੂ ਕਰ ਦਿੱਤੇ। ਅੱਜ ਦੀ ਤਰੀਕ 'ਚ ਦੁਸ਼ਯੰਤ ਚਟਾਲਾ ਸਰਕਾਰ 'ਚੋਂ ਬਾਹਰ ਆਵੇ ਤੇ ਮੇਰਾ ਖਿਆਲ ਹੈ ਕਿ ਉਹ ਤੇ ਉਹਦੀ ਮਾਤਾ ਇਕੱਲੇ ਹੋਣਗੇ, ਬਾਕੀ ਉਹਨਾਂ ਦੇ ਨਾਲ ਕਿਸੇ ਨੇ ਆਉਣਾ ਕਿ ਨਹੀਂ ਆਉਣਾ ਉਹਦੇ ਬਾਰੇ ਦੁਚਿੱਤੀ ਆ ਵੀ ਕਿਹੜਾ ਆਵੇਗਾ। ਭਾਜਪਾ ਨੇ ਇਸ ਤਰ੍ਹਾਂ ਮੈਨੇਜ ਕਰ ਲਿਆ ਕਿ ਭਾਈਵਾਲ ਜਨ ਨਾਇਕ ਜਨਤਾ ਪਾਰਟੀ ਉੱਥੇ ਕਿਸੇ ਗਿਣਤੀ 'ਚ ਨਹੀਂ ਰਹਿ ਗਈ। ਅਗਲੀਆਂ ਚੋਣਾਂ ਤੋਂ ਪਹਿਲਾਂ ਸਾਰੇ ਕਹਿੰਦੇ ਸੀ ਕਿ ਭਾਜਪਾ ਨੇ ਆਪਣਾ ਡੰਗ ਵਿਖਾ ਦੇਣਾ ਤੇ ਇਹ ਓਮ ਪ੍ਰਕਾਸ਼ ਚਟਾਲੇ ਦਾ ਪੋਤਰਾ ਜਿੰਨਾ ਮਰਜ਼ੀ ਵੱਡਾ ਸਿਆਸਤਦਾਨ ਬਣਦਾ ਫਿਰਦਾ, ਇਹਨੂੰ ਉਦੋਂ ਪਤਾ ਲੱਗੂਗਾ ਜਦੋਂ ਪੈਰਾਂ ਹੇਠੋਂ ਜ਼ਮੀਨ ਦੇ ਸਾਰੀ ਦੀ ਸਾਰੀ ਖਿਸਕ ਜਾਵੇਗੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਕੋ ਬਿਆਨ ਦਿੱਤਾ ਤੇ ਉਹਦੇ ਇੱਕੋ ਬਿਆਨ ਦੇ ਨਾਲ ਸਾਰੀ ਦੀ ਸਾਰੀ ਜ਼ਮੀਨ ਪੈਰਾਂ ਥੱਲੇ ਖਿਸਕ ਗਈ। ਉਹਨੇ ਆਖਿਆ ਜੀ ਸਰਕਾਰ ਤੇ ਭਾਜਪਾ ਦੀ ਹੈ। ਉੱਥੇ ਉਹਨੇ ਜਨ ਨਾਇਕ ਜਨਤਾ ਪਾਰਟੀ ਦਾ ਨਾਲ ਨਾ ਹੀ ਨਹੀਂ ਲਿਆ। ਇਹਦੇ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਭਾਜਪਾ ਤੇ ਸ਼ਿਵ ਸੈਨਾ ਦੀ ਸਰਕਾਰ ਸੀ। ਹੌਲੀ ਕੀਤਾ ਕੀ ਸੀ, ਸ਼ਿਵ ਸੈਨਾ ਨੂੰ ਖੂੰਜੇ ਲਾਤਾ ਤੇ ਭਾਜਪਾ ਅੱਗੇ ਲੰਘ ਗਈ ਸੀ। ਉਹਦੇ ਤੋਂ ਪਹਿਲਾਂ ਕਰਨਾਟਕ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ HD ਦੇਵੇਗੌੜਾ ਦੇ ਪੁੱਤਰ ਕੁਮਾਰਾ ਸਵਾਮੀ ਨਾਲ ਰਲ ਕੇ ਸਰਕਾਰ ਬਣਾਈ। ਉਹਨੂੰ ਮੁੱਖ ਮੰਤਰੀ ਵੀ ਬਣਾਤਾ, ਆਪ ਨਾਲ ਲੱਗੇ ਤੇ ਥੋੜੇ ਚਿਰ ਬਾਅਦ ਉਹਦੀਆਂ ਜੜ੍ਹਾਂ ਵੱਢ ਕੇ ਉਹਨੂੰ ਖੂੰਜੇ ਲਾਤਾ। ਅੱਜ ਉਹ ਤੀਸਰੇ ਨੰਬਰ ਦੀ ਪਾਰਟੀ ਹੈ ਤੇ ਸਰਕਾਰ ਜਾਂ ਕਾਂਗਰਸ ਦੀ ਬਣਦੀ ਹੈ ਤੇ ਜਾਂ ਇਹਨਾਂ ਦੀ
ਜੇ ਕਾਂਗਰਸ ਦੀ ਤੇ ਜਨਤਾ ਦਲ ਇਸ ਦੀ ਬਣ ਵੀ ਜਾਵੇ ਤੇ ਉਹਦੇ ਬੰਦੇ ਤੋੜ ਕੇ ਫਿਰ ਆਪਣੀ ਬਣਾ ਲੈਂਦੇ ਆ। ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਇਹਨਾਂ ਨਾਲ ਜੁੜਿਆ ਸੀ, ਉਹਨੇ ਖੱਟਿਆ ਕੀ। ਪਿਛਲੀ ਵਾਰੀ ਜਦੋਂ ਚੋਣਾਂ ਹੋਈਆਂ ਤੇ ਮੈਂ ਉਹ ਤੋਂ 6 ਮਹੀਨੇ ਪਹਿਲਾਂ ਕਹਿ ਦਿੱਤਾ ਸੀ ਕਿ ਭਾਜਪਾ ਸੀਟਾਂ ਛੱਡੂਗੀ ਉਹਨੂੰ ਵੱਧ, ਪਰ ਬੰਦੇ ਭਾਜਪਾ ਦੇ ਜਿੱਤਣਗੇ, ਕਿਉਂਕਿ ਜਿੱਥੇ ਇਹਨਾਂ ਦੇ ਜਿੱਤਣਗੇ ਨਿਤੀਸ਼ ਕੁਮਾਰ ਦੇ ਬੰਦੇ ਪੂਰਾ ਜ਼ੋਰ ਲਾਉਣਗੇ, ਜਿੱਥੇ ਨਿਤੀਸ਼ ਦੇ ਖੜੇ ਆ ਉੱਥੇ ਭਾਜਪਾ ਜ਼ੋਰ ਨਹੀਂ ਲਾਵੇਗੀ, ਤਾਂ ਕਿ ਜੇ ਇੱਕ ਵਾਰੀ ਸਰਕਾਰ ਡਿੱਗਦੀ ਵੀ ਆ ਡਿੱਗ ਜਾਵੇ, ਅਗਲੇ 5 ਸਾਲਾਂ ਤੱਕ ਭਾਜਪਾ ਵੱਡੀ ਬਣ ਜੇ ਤੇ ਨਿਤੀਸ਼ ਕੁਮਾਰ ਛੋਟਾ ਹੋ ਜੇ। ਹੋਇਆ ਇਹ ਕਿ ਦੋਵਾਂ ਦੇ ਗੱਠਜੋੜ ਦੀਆਂ ਜਿਹੜੀਆਂ ਸੀਟਾਂ ਸੀ ਉਹ ਇੰਨੀਆਂ ਆ ਗਈਆਂ ਸਰਕਾਰ ਬਣਾ ਲੈਣ, ਪਰ ਭਾਜਪਾ ਦੀਆਂ ਪਹਿਲਾਂ ਨਾਲੋਂ 1.5 ਤੋਂ ਵੱਧ ਗਈਆਂ ਤੇ ਨਿਤੀਸ਼ ਕੁਮਾਰ ਦੀਆਂ ਸੀਟਾਂ 'ਚ ਤੀਜਾ ਹਿੱਸਾ ਕੱਟ ਲੱਗ ਗਿਆ, ਉਹ ਛੋਟੀ ਪਾਰਟੀ ਬਣ ਗਿਆ। ਇਹਨਾਂ ਉਹਨੂੰ ਮੁੱਖ ਮੰਤਰੀ ਤੇ ਬਣਾਤਾ, ਪਰ ਉਹਨੂੰ ਵੀ ਇਹੋ ਹੀ ਚੇਤਾ ਕਰਾਤਾ ਸੀ ਕਿ ਹੁਣ ਤੂੰ ਸਾਡੇ ਰਹਿਮ ਤੇ ਆ। ਜਿਹੜੀ ਪਾਰਟੀ ਨਾਲ ਜਦੋਂ ਵੀ ਭਾਜਪਾ ਨੇ ਇਹੋ ਜਿਹਾ ਸਮਝੌਤਾ ਕੀਤਾ, ਉਸ ਪਾਰਟੀ ਨੂੰ ਸਮਝੌਤਾ ਕਰਨ ਗਿਆ ਸੋਚਣਾ ਚਾਹੀਦਾ। ਜੇ ਉਹ ਪਾਰਟੀ ਛੋਟੀ ਹੈ ਤੇ ਉਹ ਭਾਜਪਾ ਤੋਂ ਅੱਜ ਨਹੀਂ ਕੱਲ੍ਹ ਨਹੀਂ ਕਿਸੇ ਨਾ ਕਿਸੇ ਵਕਤ ਕੁੱਟ ਖਾਣ ਵਾਸਤੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਰਵੇ। ਇੱਥੇ ਹਰਿਆਣੇ ਦੇ ਵਿੱਚ ਜਿਹੜੀ ਗੱਲ ਅਜੇ ਤੱਕ ਕਿਸੇ ਨੇ ਕਹੀ ਨਹੀਂ ਸੀ ਤੇ ਕਹਿਣ ਤੋਂ ਸਾਰੇ ਝਿਜਕਦੇ ਸੀ, ਉਹ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹੁਣ ਜਦੋਂ ਚੋਣਾਂ ਦੇ ਵਿੱਚ ਸਿਰਫ 1.5 ਸਾਲ ਰਹਿ ਗਿਆ, 1.5 ਵੀ ਨਹੀਂ 1.25 ਸਾਲ ਹੀ ਰਹਿ ਗਿਆ, ਤੇ ਇਹ ਵੀ ਹੋ ਸਕਦਾ ਕਿ 1.25 ਸਾਲ ਵਾਲੀ ਗੱਲ ਨਾ ਰਵੇ, ਪਾਰਲੀਮੈਂਟ ਚੋਣਾਂ ਦੇ ਨਾਲ ਹੀ ਅਗਲੇ ਸਾਲ ਮਈ 'ਚ ਇੱਥੇ ਚੋਣਾਂ ਹੋ ਜਾਣ। ਉਦੋਂ ਉਹਨੇ ਅਚਾਨਕ ਬੁੱਕਲ 'ਚੋਂ ਸੱਪ ਕੱਢ ਕੇ ਛੱਡ ਦਿੱਤਾ। ਉਹਨੇ ਆਖਿਆ ਸਰਕਾਰ ਹੈ ਭਾਜਪਾ ਦੀ, ਜਿਹੜੇ ਦੂਸਰਿਆਂ ਦਾ ਨਾਂ ਹੀ ਨਹੀਂ ਲਿਆ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਨਾਲ ਤੁਰਨਾ ਤੇ ਤੁਰੇ ਚੱਲੋ, ਨਹੀਂ ਤਾਂ ਉੱਦਾਂ ਤੁਹਾਡੀ ਕੋਈ ਗੁਣਤੀ ਹੈ ਨਹੀਂ, ਸਰਕਾਰ ਤਾਂ ਸਾਡੀ ਹੈ। ਇਹ ਇੱਕੋ ਹੀ ਝਟਕਾ ਜਿਹੜਾ ਜਨਨਾਇਕ ਜਨਤਾ ਪਾਰਟੀ ਵਾਲਿਆਂ ਨੂੰ ਪੈਰਾਂ ਤੋਂ ਕੱਢਣ ਵਾਸਤੇ ਕਾਫੀ ਆ। ਸੱਪ ਦੇ ਮੂੰਹ 'ਚ ਕੋੜ ਕਰ ਲਈ, ਜੇ ਅੱਜ ਉਹ ਸਰਕਾਰ ਛੱਡਦੇ ਆ ਤੇ ਉਹ 2-3 ਜਣੇ ਆਉਣਗੇ, ਬਾਕੀ ਸਾਰੇ ਭਾਜਪਾ ਨਾਲ ਜੁੜੇ ਰਹਿਣਗੇ, ਤੇ ਜੇ ਸਰਕਾਰ ਨਹੀਂ ਛੱਡਦੇ ਤੇ ਅਗਲੇ ਸਾਲ ਤੱਕ ਇਹਨਾਂ ਦੀ ਪੋਜੀਸ਼ਨ ਇੰਨੀ ਪਾਣੀਓਂ ਪਤਲੀ ਹੋ ਜਾਏਗੀ ਕਿ ਪਿਛਲੀ ਵਾਰੀ 10-12 ਸੀਟਾਂ ਆ ਗਈਆਂ ਸੀ, ਅਗਲੀ ਵਾਰੀ ਪਤਾ ਨਹੀਂ 2 ਵੀ ਆਉਣਗੀਆਂ ਕਿ ਨਹੀਂ ਆਉਣਗੀਆਂ। ਕੀ ਪੰਨੂ ਸਾਹਿਬ ਭੱਜੀਆਂ ਬਾਹਾਂ ਗੱਲ ਨੂੰ ਨਹੀਂ ਆਉਣਗੀਆਂ? ਇਕੱਠੇ ਨਹੀਂ ਹੋ ਸਕਦੇ ਚਟਾਲਾ ਪਰਿਵਾਰ ਇਸ ਦੇ ਨਾਲ? ਨਹੀਂ, ਹੁਣ ਉਹ ਸੰਭਾਵਨਾਵਾਂ ਘਟ ਗਈਆਂ ਨੇ। ਵੱਡੇ ਚਟਾਲਾ ਸਾਹਿਬ ਆਖਣ ਵੀ ਤੇ ਉਹਨਾਂ ਦਾ ਜਿਹੜਾ ਛੋਟਾ ਪੁੱਤਰ ਆ ਦੁਸ਼ਯੰਤ ਦਾ ਚਾਚਾ ਅਭੈ ਚਟਾਲਾ, ਉਹ ਇੰਨਾ ਮੋੜਾ ਕੱਟ ਕੇ ਆਉਣ ਨੂੰ ਤਿਆਰ ਨਹੀਂ ਹੋਊਗਾ, ਕਿਉਂਕਿ ਉਹਦੀ ਬੇਇੱਜ਼ਤੀ ਬਹੁਤ ਕੀਤੀ ਹੈ ਨਾ। ਓਮ ਪ੍ਰਕਾਸ਼ ਚਟਾਲੇ ਨੇ ਜੇਲ੍ਹ ਜਾਣ ਲੱਗਿਆ ਛੋਟੇ ਮੁੰਡੇ ਦੀ ਹੱਥ ਵਾਗ ਫੜਾਈ ਸੀ, ਮੁੰਡੇ ਦਾ ਭਰਜਾਈ ਨਾਲ ਤੇ ਭਤੀਜੇ ਨਾਲ ਝਗੜਾ ਪੈ ਗਿਆ ਤੇ ਉਹਦੇ 'ਚੋਂ ਟੱਬਰ ਵੀ ਪਾਟ ਗਿਆ, ਪਾਰਟੀ ਵੀ ਪਾਟ ਗਈ ਸੀ। ਜੀ ਪੰਨੂ ਸਾਹਿਬ, ਉਧਰ ਭੁੱਟੋ ਪਰਿਵਾਰ ਦਾ ਉਹ ਪਾਕਿਸਤਾਨ ਦੇ ਵਿੱਚ ਸੱਤਾ 'ਚ ਰਹੇ ਨੇ ਤੇ ਭਾਰਤ ਦੇ ਨਾਲ ਕਿਤੇ ਨਾ ਕਿਤੇ ਕੜੱਤਨਾਂ ਦੇ ਵਿੱਚ ਹਮੇਸ਼ਾ ਉਹਨਾਂ ਦਾ ਇਤਿਹਾਸ 'ਚ ਨਾਮ ਆਉਂਦਾ, ਤੇ ਹੁਣ ਬਿਲਾਵਲ ਭੁੱਟੋ ਗੋਆ 'ਚ ਆਏ ਸੀ ਤੇ ਕਈ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ, ਤੇ ਕਿਸ ਤਰੀਕੇ ਨਾਲ ਤੁਸੀਂ ਇਸ ਮੇਲੇ ਨੂੰ ਦੇਖਦੇ ਹੋ? ਕੀ ਕੁਝ ਉੱਥੋਂ ਤੁਸੀਂ ਕੱਢਿਆ? ਦੇਖੋ, ਗੋਆ ਵਰਲਡ ਲੈਵਲ ਦਾ ਇੱਕ ਪਿਕਨਿਕ ਸਪਾਟ ਹੈ ਜਿੱਥੇ ਇਹ ਮੀਟਿੰਗ ਹੋਣੀ ਸੀ। ਮੀਟਿੰਗ ਜਿਹੜੀ ਹੈ ਉਹ ਸੈਰ ਕਰਨ ਨਹੀਂ ਸੀ ਆਇਆ, ਉੱਥੇ ਮੀਟਿੰਗ ਹੋਣੀ ਸੀ SCO ਦੀ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਬਣੀ ਹੈ। ਉਹਦੇ ਵਿੱਚ ਪਾਕਿਸਤਾਨ ਵੀ ਹੈਗਾ, ਚੀਨ ਵੀ ਹੈਗਾ, ਭਾਰਤ ਵੀ ਹੈਗਾ, ਹੋਰ ਦੇਸ਼ ਵੀ ਹੈਗੇ ਨੇ। ਉਹਨਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਸੀ। ਬਿਲਾਵਲ ਭੁੱਟੋ ਪਹਿਲਾਂ ਤੇ ਲੱਗਦਾ ਸੀ ਉਹਨੇ ਆਉਣਾ ਨਹੀਂ, ਫਿਰ ਉਹ ਆ ਗਿਆ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਨਿੱਜੀ ਤੌਰ ਤੇ ਬਹੁਤ ਭੈੜੀਆਂ ਟਿੱਪਣੀਆਂ ਕਰਦਾ ਰਿਹਾ ਸੀ ਤੇ ਸਾਰੇ ਸਮਝਦੇ ਸੀ ਕਿ ਇਹੋ ਜਿਹੀਆਂ ਟਿੱਪਣੀਆਂ ਕਰਨ ਵਾਲਾ ਆਉਣ ਤੋਂ ਪਰਹੇਜ਼ ਕਰੇਗਾ। ਉਹਨੇ ਬੜੀ ਜੁਰਤ ਵਿਖਾਈ, ਆ ਗਿਆ, ਪਰ ਅਗਲੇ ਪਾਸੇ ਉਹਨੂੰ ਪਤਾ ਸੀ ਕਿ ਕੁੜੱਤਨਾਂ ਕਿਹੜੀਆਂ, ਉਹ ਕੁੜੱਤਨਾਂ ਭੁਗਤਣੀਆਂ ਸੀ, ਭੁਗਤ ਕੇ ਮੁੜ ਗਿਆ। ਇੱਥੇ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਵਿਦੇਸ਼ ਮੰਤਰੀ ਸਾਡੇ ਨੇ ਉਹਦੇ ਨਾਲ ਹੱਥ ਵੀ ਨਹੀਂ ਮਿਲਾਇਆ, ਦੂਰੋਂ ਨਮਸਤੇ ਕਹਿ ਕੇ ਸਾਰ ਦਿੱਤਾ ਤੇ ਉਹਨੂੰ ਵੀ ਨਮਸਤੇ ਕਰਨੀ ਪਈ। ਫਿਰ ਜਿਹੜੀਆਂ ਗੱਲਾਂ ਸਾਡੇ ਵਿਦੇਸ਼ ਮੰਤਰੀ ਨੇ ਉਹਦੀ ਹਾਜ਼ਰੀ 'ਚ ਕਹੀਆਂ, ਉਹ ਗੱਲਾਂ ਸਾਰੀਆਂ ਇਹ ਸੀ ਕਿ ਤੁਸੀਂ ਅੱਤਵਾਦ ਨੂੰ ਸ਼ਹਿ ਦਿੰਦੇ ਹੋ, ਤੁਸੀਂ ਅੱਤਵਾਦੀ ਪੈਦਾ ਕਰਦੇ ਹੋ, ਤੇ ਜਿਹੜਾ ਦੇਸ਼ ਅੱਤਵਾਦੀਆਂ ਦਾ ਪ੍ਰਤੀਪਾਲਕ ਹੋਵੇ, ਸਾਡੇ ਖਿਲਾਫ ਅੱਤਵਾਦ ਨੂੰ ਵਰਤਦਾ ਹੋਵੇ ਇੱਕ ਜੰਗੀ ਆਰਗੇਨਾਈਜੇਸ਼ਨ ਵਾਂਗ, ਉਹਦੇ ਨਾਲ ਬਰਾਬਰ ਤੇ ਬੈਠ ਕੇ ਅਸੀਂ ਗੱਲ ਨਹੀਂ ਕਰ ਸਕਦੇ। ਇਹਨੇ ਇਹੋ ਜਿਹੀਆਂ ਖਰੀਆਂ ਸੁਣਾਈਆਂ ਕਿ ਬਾਕੀ ਦੇ ਸਾਰੇ ਸੁਣਦੇ ਰਹਿ ਗਏ ਸਨ। ਇਹਦੇ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਖਰੀਆਂ ਇੱਕ ਵਾਰੀ ਨੇਪਾਲ ਦੇ ਵਿੱਚ ਜਨਰਲ ਮੁਸ਼ਰਫ ਨੂੰ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਸੁਣਾਈਆਂ ਸੀ। ਉਹਦੇ 'ਤੇ ਦੋਵਾਂ ਧਿਰਾਂ ਦੇ ਸੰਬੰਧ ਵਿਗੜੇ ਸਨ, ਇੱਕ ਦੇਸ਼ ਦੇ ਜਹਾਜ਼ ਦੂਸਰੇ ਦੇ ਉੱਪਰੋਂ ਨਹੀਂ ਸੀ ਉਦੋਂ ਲੰਘ ਸਕਦੇ। ਤੇ ਜਦੋਂ ਨੇਪਾਲ ਵਿੱਚ ਮੀਟਿੰਗ ਹੋਈ ਤੇ ਵਾਜਪੇਈ ਸਾਹਿਬ ਬੋਲਣ ਗਏ ਤੇ ਮੁਸ਼ਰਫ ਦੇ ਪਾਸੇ ਮੂੰਹ ਕਰ ਛੱਡਿਆ ਸੀ। ਜਦੋਂ ਮੁਸ਼ਰਫ ਬੋਲਣ ਗਿਆ, ਮੁਸ਼ਰਫ ਸੱਚ ਪਹਿਲਾਂ ਬੋਲਿਆ ਸੀ, ਉਹਨੇ ਇਹ ਆਖਿਆ ਮੈਂ ਹਰ ਗੱਲ ਦੇ ਉੱਤੇ ਜੋ ਆਖੋ ਮੈਂ ਨਹੀਂ ਨੀਵਾਂ ਹੋ ਕੇ ਗੱਲ ਕਰਨ ਨੂੰ ਤਿਆਰ ਹਾਂ। ਆਪਣੀ ਤਕਰੀਰ ਖਤਮ ਕੀਤੀ ਤੇ ਜਾ ਕੇ ਉਚੇਚੇ ਤੌਰ ਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਉਹਨੇ ਹੱਥ ਕਰਤਾ ਤੇ ਵਾਜਪੇਈ ਸਾਹਿਬ ਨੇ ਵੀ ਉੱਠ ਕੇ ਮਿਲਾਤਾ। ਮੁੜ ਕੇ ਵਾਜਪੇਈ ਸਾਹਿਬ ਜਦੋਂ ਬੋਲਣ ਲੱਗੇ ਤੇ ਉਹਨੇ ਆਖਿਆ ਠੀਕ ਹੈ ਦੋਸਤੀ ਚੰਗੀ ਹੁੰਦੀ ਆ, ਪਰ ਮੈਂ ਤਾਂ ਦੋਸਤੀ ਕਰਨ ਵਾਸਤੇ ਲਾਹੌਰ ਗਿਆ ਸੀ, ਤੁਸੀਂ ਕੀ ਕਦਰ ਪਾਈ? ਉਸ ਤੋਂ ਬਾਅਦ ਦੋਸਤੀ ਕਰਨ ਵਾਸਤੇ ਤੁਹਾਨੂੰ ਸੱਦ ਕੇ ਅਸੀਂ ਆਗਰਾ ਵਿਖਾਇਆ, ਤੁਸੀਂ ਕੀ ਕੀਤਾ? ਸਾਡੀ ਪਾਰਲੀਮੈਂਟ ਤੇ ਹਮਲਾ ਤੁਸੀਂ ਕਰਾਇਆ,
ਸਾਡੇ ਲਾਲ ਕਿਲੇ ਤੇ ਹਮਲਾ ਤੁਸੀਂ ਕਰਾਇਆ। ਉਹ ਸਾਰੀਆਂ ਗੱਲਾਂ ਜਦੋਂ ਗਿਣ ਕੇ ਦਸੀਆਂ ਗਣਾਈਆਂ ਉਹਨੂੰ ਕਿ ਤੁਸੀਂ ਆਹ ਕੀਤਾ, ਆਹ ਕੀਤਾ, ਆਹ ਕੀਤਾ, ਤੇ ਜਨਰਲ ਮੁਸ਼ੱਰਫ ਬੋਲਣ ਜੋਗਾ ਨਹੀਂ ਸੀ ਰਿਹਾ ਗਿਆ। ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਤੌਰ ਤੇ ਪਹਿਲੀ ਵਾਰ ਸਹੁੰ ਚੁੱਕਣੀ ਸੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਦਾ ਦਿੱਤਾ ਕਿ ਇਹੋ ਜਿਹੇ ਮੌਕੇ ਤੇ ਆਂਢ ਗੁਆਂਢ ਸ਼ਰੀਕਾ ਭਾਈਚਾਰਾ ਹੋਣਾ ਚਾਹੀਦਾ, ਆ ਜਾ ਤੈਨੂੰ ਵੀ ਚੁੱਲ੍ਹੇ ਨਿਉਂਦਾ। ਉਹ ਆ ਗਿਆ, ਆਪਣੀ ਧੀ ਨੂੰ ਨਾਲ ਲਿਖਿਆ, ਬਹੁਤ ਵਧੀਆ ਮਾਹੌਲ ਸੀ। ਇਹਨਾਂ ਨੇ ਉਸ ਮਾਹੌਲ ਦੇ ਵਿੱਚ ਬੜੀ ਸਾਂਝ ਦੀ ਗੱਲ ਕੀਤੀ। ਪਰ ਇੱਕੋ ਮਹੀਨਾ ਲੰਘਿਆ, ਅਗਲੇ ਮਹੀਨੇ ਪਾਕਿਸਤਾਨ ਨੇ ਫਿਰ ਸਾਡੀ ਕੰਟਰੋਲ ਰੇਖਾ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਕਿ ਸਬੰਧ ਦੋਵਾਂ ਦੇ ਫਿਰ ਵਿਗੜ ਗਏ ਸੀ। ਮੁੜ ਕੇ ਫਿਰ ਨੇਪਾਲ ਜਾ ਕੇ ਇੱਕ ਮੀਟਿੰਗ 'ਚ ਮਿਲੇ ਤੇ ਪਹਿਲੇ ਦਿਨ ਦੋਵਾਂ ਨੇ ਆਪੋ 'ਚ ਨਾ ਅੱਖ ਮਿਲਾਈ ਤੇ ਨਾ ਹੱਥ ਮਿਲਾਇਆ ਸੀ। ਅਗਲੇ ਦਿਨ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਤੇ 2 ਕਾਰਖਾਨੇਦਾਰਾਂ ਨੇ ਇੰਡਸਟਰੀਅਲਿਸਟਾਂ ਨਾਲ ਸਮਝੌਤਾ ਕਰਾਇਆ ਸੀ। ਇਸ ਵਾਰੀ ਫਿਰ ਉਹ ਕੁਛ ਆ। ਹੁਣ ਬਿਲਾਵਲ ਭੁੱਟੋ ਇੱਥੋਂ ਬੇਇੱਜ਼ਤੀ ਕਰਵਾ ਕੇ ਗਿਆ ਤੇ ਵਾਪਸ ਜਾਂਦਿਆਂ ਸਾਰ ਪਾਕਿਸਤਾਨ ਦੇ ਵਿੱਚ ਉਹਨੇ ਭਾਰਤ ਦੇ ਖਿਲਾਫ ਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ, ਇਹਨਾਂ ਸਾਰਿਆਂ ਦੇ ਖਿਲਾਫ ਇੱਕ ਫਿਰ ਤੱਤਾ ਬਿਆਨ ਦੇ ਦਿੱਤਾ। ਉਹ ਆਪਣਾ SCO ਦੀ ਮੀਟਿੰਗ ਵਿੱਚ ਹਾਜ਼ਰੀ ਭਰਨ ਆਇਆ ਸੀ, ਭਰ ਕੇ ਮੁੜ ਗਿਆ, ਆਪਣਾ ਕੰਮ ਕਰਕੇ ਤੁਰ ਗਿਆ। ਉੱਥੇ ਜਾ ਕੇ ਆਪਣੇ ਲੋਕਾਂ ਨੂੰ ਆਖੂਗਾ ਕਿ ਮੈਂ ਆਹ ਕਰ ਰਿਹਾ, ਇੱਦਾਂ ਦੱਸੂਗਾ ਜਿਵੇਂ ਕਬੱਡੀ ਪਾ ਕੇ ਮੁੜ ਆਇਆ ਹੁੰਦਾ। ਉਹ ਆਪਣਾ ਕੰਮ ਕਰ ਗਿਆ, ਪਰ ਸਾਡੇ ਵਿਦੇਸ਼ ਮੰਤਰੀ ਨੇ ਆਪਣੀ ਜ਼ਿੰਮੇਵਾਰੀ ਵਾਹਵਾ ਚੰਗੀ ਨਿਭਾਈ ਆ, ਸੋਹਣੇ ਢੰਗ ਨਾਲ। ਸੋ ਬਿਲਕੁਲ ਠੀਕ ਹੈ ਪੰਨੂ ਸਾਹਿਬ, ਕੌੜ ਇਹ ਖਤਮ ਹੋਣੀ ਚਾਹੀਦੀ ਸੀ ਪਰ ਨਹੀਂ ਹੋ ਸਕੀ, ਤੇ ਇਹ ਦੇਖਣਾ ਹੋਏਗਾ ਕਿ ਕਦੋਂ ਜਾ ਕੇ ਮੁੱਕਦੀ ਹੈ ਅੱਗੇ ਗੱਲ। ਸੋ ਪੰਨੂ ਸਾਹਿਬ ਅੱਗੇ ਵਧਦੇ ਹਾਂ ਤੇ ਉੱਥੇ ਹੀ DRDO ਇੱਕ ਸੰਸਥਾ ਹੈ ਪੰਨੂ ਸਾਹਿਬ, ਉਸ ਦੇ ਵਿੱਚ ਇੱਕ ਸਾਇੰਸਦਾਨ ਸੀਗਾ, ਉਹ ਫੜਿਆ ਗਿਆ। ਉਹ ਕਹਿੰਦੇ ਕਿ ਪਾਕਿਸਤਾਨ ਨੂੰ ਜਸੂਸੀ ਕਰਦਾ ਸੀ ਤੇ ਇੱਥੋਂ ਦੀ ਡਾਟੇ ਚੋਰੀ ਕਰਕੇ ਉੱਥੇ ਦਿੰਦਾ ਸੀ। ਇਹ ਕਿਵੇਂ ਫੜਿਆ ਗਿਆ ਪੰਨੂ ਸਾਹਿਬ, ਇਹਦੇ ਬਾਰੇ ਥੋੜ੍ਹਾ ਦੱਸਿਓ। ਦੇਖੋ, ਸਾਡਾ ਸਾਇੰਟਿਸਟ ਇੱਕ ਫੜਿਆ ਗਿਆ। DRDO ਜਿਹੜੀ ਉਹ ਅਸਲ 'ਚ ਫੌਜਾਂ ਵਾਸਤੇ ਜਿਹੜੇ ਸਮਾਨ ਹੈ ਉਹ ਤਿਆਰ ਕਰਦੀ ਹੈ। ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਇਹਨੂੰ ਕਹਿੰਦੇ ਆ। ਇਹ ਫੌਜਾਂ ਦੇ ਨਵੇਂ ਟੈਂਕ, ਨਵੀਆਂ ਤੋਪਾਂ, ਨਵੀਆਂ ਮਿਜ਼ਾਈਲਾਂ, ਸਾਰਾ ਕੁਝ ਇਸ ਤਰ੍ਹਾਂ ਦਾ ਕੰਮ ਇੱਥੇ ਰਿਸਰਚ ਦਾ ਕੰਮ ਹੁੰਦਾ। ਗੋਲਾ ਬਰੂਦ ਕਿਹੜਾ ਹੋਣਾ, ਐਟਮੀ ਤਜਰਬਿਆਂ 'ਚ ਕਿਹੜੀ ਚੀਜ਼ ਕਰਨੀ, ਕਿਹੜੀ ਨਹੀਂ ਕਰਨੀ, ਹਰ ਇੱਕ ਕੰਮ ਇਹਨਾਂ ਕੋਲ ਹੁੰਦਾ। ਇੱਥੇ ਜਿਹੜੇ ਸਾਇੰਟਿਸਟ ਨੇ ਉਹਨਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਕਿ ਉਹਨਾਂ ਦੇ ਕੋਲ ਕੋਈ ਗਲਤ ਬੰਦਾ ਨਾ ਪਹੁੰਚ ਜਾਵੇ, ਕੋਈ ਗੈਰ ਬੰਦਾ ਪਹੁੰਚ ਕੇ ਉਹਨਾਂ ਨੂੰ ਹੱਥਾਂ 'ਤੇ ਨਾ ਲਾ ਲਵੇ, ਉਹਨਾਂ ਨੂੰ ਕੋਈ ਅਗਵਾ ਕਰਕੇ ਨਾ ਲੈ ਜੇ, ਉਹਨਾਂ ਨੂੰ ਕੋਈ ਵਰਗਲਾ ਨਾ ਲਵੇ। ਹਰ ਗੱਲ ਦਾ ਖਿਆਲ ਰੱਖਿਆ ਜਾਂਦਾ। ਹੋਇਆ ਇਹ ਕਿ ਉੱਥੇ ਇੱਕ ਬੜੇ ਸੀਨੀਅਰ ਸਾਇੰਟਿਸਟ ਦੇ ਤੱਕ ਪਹੁੰਚ ਕਰ ਲਈ ਉਹਨਾਂ ਨੇ। ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਇੱਕ ਔਰਤ ਦੇ ਰਾਹੀਂ ਸੋਸ਼ਲ ਮੀਡੀਆ 'ਤੇ ਪਹੁੰਚ ਕੀਤੀ। ਉਹ ਪਹੁੰਚ ਹੌਲੀ ਵਧਾਈ, ਹੌਲੀ ਉਹਨੂੰ ਉਹਨਾਂ ਨੇ ਟਰੈਪ ਵਿੱਚ ਫਸਾ ਲਿਆ। ਇਹ ਟਰੈਪ 'ਚ ਫਸਣ ਵਾਲਾ ਪਹਿਲਾ ਨਹੀਂ, ਇਹਦੇ ਤੋਂ ਪਹਿਲਾਂ 5-6 ਵਾਰ ਫੌਜੀ ਅਫਸਰ ਫਸ ਚੁੱਕੇ ਆ। ਬਲਕਿ ਇੱਕ ਵਾਰੀ ਇਹ ਵੀ ਹੋਇਆ ਸੀ ਕਿ ਭਾਰਤ ਸਰਕਾਰ ਨੇ ਰੂਸ ਵਾਲਿਆਂ ਤੋਂ ਇੱਕ ਸਮੁੰਦਰੀ ਬੇੜਾ, ਜੰਗੀ ਬੇੜਾ ਖਰੀਦਣਾ ਸੀ ਤੇ ਜਿਹੜਾ ਅਫਸਰ ਉੱਥੇ ਖਰੀਦਣ ਵਾਸਤੇ ਭੇਜਿਆ ਸੀ ਉਹਨੇ ਕਰਪਸ਼ਨ ਨਹੀਂ ਸੀ ਕੀਤੀ, ਉਹਨੇ ਪੈਸੇ ਨਹੀਂ ਸੀ ਕੀਤੇ ਖਾਧੇ, ਉਹਨੇ ਕੋਈ ਕਮਿਸ਼ਨ ਜਾਂ ਦਲਾਲੀ ਨਹੀਂ ਸੀ ਖਾਧੀ। ਉਹ ਇਸੇ ਚੱਕਰ 'ਚ ਫਸ ਗਿਆ ਸੀ ਤੇ ਫਿਰ ਉਹਦੇ ਉੱਤੇ ਵੀ ਇਹੋ ਜਿਹੀ ਕਹਾਣੀ ਬਣੀ, ਇਹੋ ਜਿਹਾ ਕੇਸ ਬਣਿਆ ਸੀਗਾ। ਇੱਦਾਂ ਦੇ ਕੇਸ ਕਈ ਵਾਰੀ ਭਾਰਤ ਦੇ ਸਾਇੰਟਿਸਟਾਂ ਦੇ ਖਿਲਾਫ ਜਾਂ ਹੋਰ ਫੌਜੀ ਅਫਸਰਾਂ ਵਗੈਰਾ ਦੇ ਖਿਲਾਫ, ਏਅਰਫੋਰਸ ਵਾਲਿਆਂ ਦੇ ਖਿਲਾਫ ਬਣਦੇ ਆ, ਪਰ ਸਾਰੇ ਦੇ ਸਾਰੇ ਕੇਸ ਸੱਚੇ ਨਹੀਂ ਹੁੰਦੇ। ਸਾਨੂੰ ਇਹ ਪਤਾ ਭਾਰਤ ਜਿਹੜੀ ISRO ਇੰਟਰ ਸਪੇਸ ਰਿਸਰਚ ਆਰਗੇਨਾਈਜੇਸ਼ਨ ਹੈ, ਉਹਦੇ ਇੱਕ ਵਾਰੀ ਇੱਕ ਸਾਇੰਟਿਸਟ ਦੇ ਉੱਤੇ ਕੇਸ ਬਣਾ ਦਿੱਤਾ ਗਿਆ ਸੀ। ਕਈ ਸਾਲ ਕੇਸ ਚੱਲਦਾ ਰਿਹਾ। ਬਾਅਦ ਪਤਾ ਲੱਗਾ ਕਿ ਉਹ ਕੇਸ ਅਸਲ 'ਚ ਹੈ ਹੀ ਨਹੀਂ ਸੀ। ਉਹ 'ਤੇ ਝੂਠਾ ਦੋਸ਼ ਲਾਇਆ ਗਿਆ ਸੀ ਕਿ ਇੱਥੋਂ ਕਾਗਜ਼ ਕੱਢ ਕੇ ਤੇ ਪਾਕਿਸਤਾਨ ਨੂੰ ਵੇਚਦਾ। ਲਾਇਆ ਇਸ ਕਰਕੇ ਸੀ ਕਿ ਕੁਝ ਪੁਲਿਸ ਅਫਸਰ ਉਹਨੂੰ ਫਸਾ ਕੇ ਉਹਦੇ ਬਹਾਨੇ ਤਰੱਕੀਆਂ ਲੈਣੀਆਂ ਚਾਹੁੰਦੇ ਸੀ। ਫਿਰ ਉਹ ਗੱਲ ਸੁਪਰੀਮ ਕੋਰਟ ਤੱਕ ਗਈ। ਕੇਰਲਾ ਦੀ ਸਰਕਾਰ ਨੂੰ ਆਖਿਆ ਗਿਆ ਸਾਇੰਟਿਸਟ ਨੂੰ ਮੁਆਵਜ਼ਾ ਦਿਓ। ਸਾਇੰਟਿਸਟ ਕਹਿੰਦਾ ਸੀ ਮੇਰੀ ਜਵਾਨੀ ਦੇ ਸਾਲ, ਮੇਰੀ ਖੋਜ ਦੇ ਸਾਲ ਤਾਂ ਜੇਲ੍ਹਾਂ 'ਚ ਨਿਕਲ ਗਏ, ਹੁਣ ਤੁਹਾਡੇ ਮੁਆਵਜ਼ਿਆਂ ਨੂੰ ਮੈਂ ਕੀ ਕਰਾਂ। ਉਹ ਵੀ ਗੱਲ ਬੜੀ ਦੂਰ ਤੱਕ ਗਈ ਸੀ। ਇਸ ਵਾਰੀ ਇਹ ਇੱਕ ਸਾਇੰਟਿਸਟ ਫੜਿਆ ਗਿਆ। ਸਾਇੰਟਿਸਟ ਦੇ ਮਾਮਲੇ ਦੇ ਵਿੱਚ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ। ਜੇ ਤਾਂ ਸੱਚੀ ਮੁੱਚੀ ਉਹਨੇ ਆਪਣੇ ਅਹੁਦੇ ਨੂੰ ਲਾਜ ਲਾਈ ਹੈ, ਗਲਤ ਕੰਮ ਕੀਤਾ ਤੇ ਉਹਦਾ ਕੋਈ ਲਿਹਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਪਰ ਪੁਰਾਣੇ ਰਿਕਾਰਡ ਦੇ ਮੁਤਾਬਕ ਇੱਕ ਵਾਰੀ ਇਹ ਚੈੱਕ ਕਰ ਲੈਣਾ ਚਾਹੀਦਾ ਕਿ ਉਹ ਦੋਸ਼ੀ ਹੈਗਾ ਜਾਂ ਦੋਸ਼ੀ ਬਣਾ ਕੇ ਉਹਦੀ ਪਿੱਠ ਛੁਰਾ ਮਾਰ ਕੇ ਕੋਈ ਕਿਸੇ ਕਿਸਮ ਦਾ ਲਾਭ ਤਾਂ ਨਹੀਂ ਲੈਣਾ ਚਾਹੁੰਦਾ। ਇਹ ਸਾਰੀਆਂ ਗੱਲਾਂ ਕ੍ਰਾਸ ਚੈੱਕ ਕਰਨੀਆਂ ਚਾਹੀਦੀਆਂ। ਜਿਹੜੀਆਂ ਜਾਂਚ ਏਜੰਸੀਆਂ, ਉਹਨਾਂ ਜਾਂਚ ਏਜੰਸੀਆਂ ਦੀ ਜਾਂਚ ਕਰਨ ਵਾਲੇ ਵੀ ਕੋਈ ਜਾਂਚ ਕਰਤੇ ਹੋਣੇ ਚਾਹੀਦੇ ਆ। ਇਹ ਸਾਰਾ ਕੰਮ ਨਾਲ ਦੀ ਨਾਲ ਹੋਣਾ ਚਾਹੀਦਾ, ਨਹੀਂ ਤੇ ਵਿਗਾੜ ਵੀ ਪੈ ਸਕਦਾ। ਜੀ ਬਿਲਕੁਲ ਠੀਕ ਪੰਨੂ ਸਾਹਿਬ। ਤੇ ਅੱਗੇ ਵਧਦੇ ਹਾਂ ਪੰਨੂ ਸਾਹਿਬ। ਭਾਰਤੀ ਸਿਆਸਤ ਦੇ ਵਿੱਚ ਸਰੋਂ ਦੇ ਬੂਟੇ ਜਿੱਡਾ ਕੱਦ ਕਦੇ ਸਿਆਸਤ 'ਚ ਹੁੰਦਾ ਸੀ ਸ਼ਰਦ ਪਵਾਰ ਦਾ, ਤੇ ਹੁਣ NCP ਦੇ ਪ੍ਰਧਾਨ ਵਜੋਂ ਅਸਤੀਫਾ ਉਹਨਾਂ ਨੇ ਦਿੱਤਾ। ਫਿਰ ਕਹਿੰਦੇ ਕਿ ਕੋਈ ਨਹੀਂ, ਮੈਂ ਸਮਰਥਕਾਂ ਦੇ ਕਹਿਣ ਦੇ ਮੁਤਾਬਕ ਦੁਬਾਰਾ ਫੇਰ ਆ ਜਾਣਾ। ਪੰਨੂ ਸਾਹਿਬ, ਇਹ ਨਵੇਂ ਤਰ੍ਹਾਂ ਦੀ ਰਣਨੀਤੀ ਜਾਂ ਰਾਜਨੀਤੀ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਤੁਹਾਨੂੰ ਯਾਦ ਹੋਵੇਗਾ ਜਿਸ ਦਿਨ ਉਹਨੇ ਅਸਤੀਫਾ ਦਿੱਤਾ ਸੀ, ਮੈਂ ਤੁਹਾਨੂੰ ਉਸੇ ਦਿਨ ਕਹਿ ਦਿੱਤਾ ਸੀ ਇਹ ਖਬਰ ਸਾਡੇ ਕਰਨ ਵਾਲੀ ਨਹੀਂ, ਕਿਉਂਕਿ ਟਿਕਣ ਵਾਲੀ ਨਹੀਂ।
ਸ਼ਰਦ ਜੀ। ਪਵਾਰ ਸਾਹਿਬ ਅਸਤੀਫਾ ਦੇਣਗੇ, ਅਸਤੀਫਾ ਦੇ ਕੇ ਵਾਪਸ ਲੈਣਗੇ। ਵਾਪਸ ਲੈਣ ਤੋਂ ਪਹਿਲਾਂ ਇੱਕ ਬੜਾ ਗਰਮ ਡਰਾਮਾ ਹੋਏਗਾ। ਉਸ ਡਰਾਮੇ 'ਚ ਉੱਤੇ ਪ੍ਰੈਸ਼ਰ ਪਾਇਆ ਜਾਵੇਗਾ ਕਿ ਤੁਹਾਡੇ ਬਿਨਾਂ ਤੇ ਸਾਡਾ ਕੰਮ ਸਰ ਹੀ ਨਹੀਂ ਸਕਦਾ, ਸ਼ਰਦ ਪਵਾਰ ਸਾਹਿਬ ਤੁਸੀਂ ਨਾ ਜਾਓ। ਕੁਝ ਬੰਦੇ ਇਦਾਂ ਦੀਆਂ ਗੱਲਾਂ ਵੀ ਕਰਨਗੇ ਕਿ ਅਸੀਂ ਤੇ ਕੁਝ ਖਾ ਕੇ ਮਰ ਜਾਣਾ ਜੇ ਸ਼ਰਦ ਪਵਾਰ ਨੇ ਅਸਤੀਫਾ ਵਾਪਸ ਨਾ ਲਿਆ। ਐਨ ਉਹ ਸਾਰਾ ਕੁਝ ਉਸੇ ਤਰ੍ਹਾਂ ਵਾਪਰਿਆ। ਅਖੀਰ ਸ਼ਰਦ ਪਵਾਰ ਨੇ ਕਹਿ ਦਿੱਤਾ ਕਿ ਮੈਂ ਅਸਤੀਫਾ ਵਾਪਸ ਲੈ ਲੈਣਾ। ਅਸਲ ਗੱਲ ਕੀ ਹੈ ਕਿ ਸ਼ਰਦ ਪਵਾਰ ਇਹੋ ਜਿਹੇ ਅਸਤੀਫੇ ਤੇ ਇਦਾਂ ਦੇ ਡਰਾਮਿਆਂ ਦੇ ਨਾਲ ਪਿਛਲੇ ਸਮੇਂ 'ਚ ਆਪਣਾ ਅਕਸ ਉਭਾਰਦਾ ਰਿਹਾ। ਪਿਛਲੇ ਸਮੇਂ 'ਚ ਚਰਚਾ ਹੁੰਦੀ ਸੀ ਕਿ ਉਹਦਾ ਭਤੀਜਾ ਅਜੀਤ ਪਵਾਰ ਇੱਧਰ ਉੱਧਰ ਦੀਆਂ ਸਾਂਝਾਂ ਜੋੜ ਕੇ ਤੇ ਕਿਸੇ ਨਾ ਕਿਸੇ ਤਰੀਕੇ ਪਾਰਟੀ ਦੇ ਉੱਤੇ ਵੀ ਕਬਜ਼ਾ ਕਰਨਾ ਚਾਹੁੰਦਾ ਤੇ ਸ਼ਰਦ ਪਵਾਰ ਦਾ ਸਿਆਸੀ ਵਾਰਸ ਵੀ ਉਹ ਬਣਨਾ ਚਾਹੁੰਦਾ। ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੁਲੇ ਜਦੋਂ ਪਾਰਲੀਮੈਂਟ ਮੈਂਬਰ ਆ, ਉਹ ਅਗਲਾ ਆਪਣੀ ਧੀ ਨੂੰ ਤਿਆਰ ਕਰਦਾ ਪਿਆ ਪਾਰਟੀ ਦੀ ਲੀਡਰੀ ਵਾਸਤੇ ਤੇ ਪਾਸੇ ਤੋਂ ਆ ਕੇ ਭਤੀਜਾ ਸਾਰੀ ਜਾਇਦਾਦ ਸਾਂਭਣਾ ਚਾਹਵੇ, ਸਿਆਸੀ ਵਿਰਾਸਤ ਸਾਂਭਣਾ ਚਾਹਵੇ ਤੇ ਸ਼ਰਦ ਪਵਾਰ ਏਡੀਆਂ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੋਇਆ। ਉਹ ਜਿੰਨਾ ਤੇਜ਼ ਤਰਾ ਰਿਹਾ ਹੁਣ ਤੱਕ ਸਾਰਿਆਂ ਨੂੰ ਉਂਗਲਾਂ ਤੇ ਨਚਾਉਂਦਾ ਰਿਹਾ, ਅੱਜ ਉਹ ਭਤੀਜੇ ਦੇ ਦਾਅ ਥੱਲੇ ਮਾਰ ਨਹੀਂ ਖਾ ਸਕਦਾ। ਉਹਨੇ ਇੱਕੋ ਹੀ ਦਾਅ ਖੇਡਿਆ ਆਪਣੇ ਅਸਤੀਫੇ ਦਾ ਤੇ ਉਸ ਅਸਤੀਫੇ ਦੇ ਉੱਤੇ ਸਾਰੀ ਦੀ ਸਾਰੀ ਪਾਰਟੀ ਇਸ ਗੱਲ ਤੇ ਆ ਗਈ ਕਿ ਸ਼ਰਦ ਪਵਾਰ ਸਾਹਿਬ ਤੋਂ ਬਗੈਰ ਤੇ ਅਸੀਂ ਬਚ ਹੀ ਨਹੀਂ ਸਕਦੇ। ਸ਼ਰਦ ਪਵਾਰ ਜੀ ਤੁਸੀਂ ਅਸਤੀਫਾ ਵਾਪਸ ਲਓ। 3 ਦਿਨ ਡਰਾਮਾ ਹੁੰਦਾ ਰਿਹਾ ਤੇ ਚੌਥੇ ਦਿਨ ਸ਼ਰਦ ਪਵਾਰ ਸਾਹਿਬ ਨੇ ਕਹਿਤਾ ਅੱਛਾ ਜੇ ਤੁਸੀਂ ਕਹਿੰਦੇ ਆ ਕਿ ਤੁਹਾਡਾ ਨਹੀਂ ਸਰਦਾ ਤੇ ਮੈਂ ਆਪਣਾ ਅਸਤੀਫਾ ਵਾਪਸ ਹੀ ਲੈ ਲੈਣਾ। ਉਹਨਾਂ ਨੇ ਮੁੜ ਕੇ ਫਿਰ ਅਸਤੀਫਾ ਵਾਪਸ ਲੈ ਲਿਆ। ਸਾਰੀ ਪਾਰਟੀ ਜਿਵੇਂ ਫੌਜੀ ਤੁਰਨ ਲੱਗਣ ਤੇ ਇੱਕ ਉਹਨਾਂ ਦਾ ਹਵਾਲਦਾਰ ਪਿੱਛੋਂ ਹੁਕਮ ਦੇ ਦਿੰਦਾ ਜੈਸੇ ਥੇ ਵੀ ਜਿੱਥੋਂ ਤੁਰੇ ਸੀ ਉੱਥੇ ਆ ਜਾਓ। ਉਹ ਬਾਕੀ ਸਾਰੀ ਪਾਰਟੀ ਜੈਸੇ ਥੇ ਵਾਲੀ ਪੋਜੀਸ਼ਨ 'ਚ ਆ ਗਈ ਆ। ਸ਼ਰਦ ਪਵਾਰ ਸਾਹਿਬ ਲੀਡਰ ਸਨ, ਲੀਡਰ ਹਨ ਤੇ ਲੀਡਰ ਰਹਿਣਗੇ। ਜੀ, ਸਿਆਸੀ ਚਾਲਾਂ ਦੇ ਤਾਂ ਪੰਨੂ ਸਾਹਿਬ ਸ਼ਰਦ ਪਵਾਰ ਸਾਹਿਬ ਮਹਾਰਥੀ ਹੀ ਨੇ ਤੇ ਬਿਲਕੁਲ ਠੀਕ ਹੈ ਪੰਨੂ ਸਾਹਿਬ, ਤੁਸੀਂ ਆਏ ਖਬਰਾਂ ਤੇ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਜੀ ਸ਼ੁਕਰੀਆ ਜੀ, ਮਿਹਰਬਾਨੀ। ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਤੇ ਇਸ ਪ੍ਰੋਗਰਾਮ ਦੇ ਸਬੰਧ 'ਚ ਤੁਹਾਡੇ ਸੁਝਾਅ ਟਿੱਪਣੀਆਂ ਉਹਨਾਂ ਦਾ ਸਾਨੂੰ ਇੰਤਜ਼ਾਰ ਰਹੇਗਾ। ਫਿਲਹਾਲ ਮੈਨੂੰ ਯਾਨੀ ਕਿ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।